ਅੱਧਾ ਸੱਚ। ਸਵੈ-ਜੀਵਨੀ ਲਿਖਣ ਦਾ ਮਨ ਕਦੇ ਨਹੀਂ ਸੀ, ਪਰ ਜਦੋਂ ਨਾਵਲ ਲਿਖਦਿਆਂ ਕਿਸੇ ਥਾਂ ਇੰਝ ਅਟਕ ਜਾਂਦਾ ਕਿ ਅੱਗੇ ਕੋਈ ਅੱਖਰ ਲਿਖਣੋਂ ਜਿਵੇਂ ਕਲਮ ਹੀ ਜਵਾਬ ਦੇ ਦਿੰਦੀ ਤਾਂ ਸੋਚਦਾ ਸਾਂ, ਹੁਣ ਕੀ ਕਰਾਂ। ਅਨੇਕ ਸਿਆਣੇ ਮਿੱਤਰ ਕਹਿੰਦੇ ਸਨ, ਸਵੈ-ਜੀਵਨੀ ਕਿਉਂ ਨਹੀਂ ਲਿਖਦਾ। ਮੇਰਾ ਜਵਾਬ ਹੁੰਦਾ ਸੀ, ਦੋ ਸਮੱਸਿਆਵਾਂ ਹਨ। ਪਹਿਲੀ ਇਹ ਕਿ ਮੇਰੇ ਸਭ ਤੋਂ ਚਹੇਤੇ ਲੇਖਕਾਂ ਵਿੱਚੋਂ ਚੇਖਵ ਦਾ ਅਜਿਹਾ ਪ੍ਰਭਾਵ ਮਨ 'ਤੇ ਹੈ, ਜਿਵੇਂ ਉਹ ਸਵੈ-ਜੀਵਨੀ ਲਿਖਣ ਤੋਂ ਨਫ਼ਰਤ ਕਰਦਾ ਸੀ, ਮੈਂ ਵੀ ਕਰਦਾ ਹਾਂ। ਦੂਜੇ, ਸਵੈ-ਜੀਵਨੀ ਦਾ ਜੇ ਕੋਈ ਮਾਡਲ ਮੇਰੇ ਸਾਹਮਣੇ ਹੁਣ ਤੱਕ ਰਿਹਾ ਹੈ ਤਾਂ ਉਹ 3 ਭਾਗਾਂ ਵਿੱਚ 1000 ਸਫ਼ੇ ਤੋਂ ਵੱਧ ਦੀ ਮੈਕਸਿਮ ਗੋਰਕੀ ਦੀ ਸਵੈ-ਜੀਵਨੀ ਹੈ। ਉਹੋ ਜਿਹੀ ਮੈਂ ਸ਼ਾਇਦ 7 ਜਨਮ ਵੀ ਨਹੀਂ ਲਿਖ ਸਕਦਾ, ਫਿਰ ਕਾਗਜ਼ ਕਾਲੇ ਕਾਹਦੇ ਲਈ ਕਰਾਂ। ਪਰ ਜਿਵੇਂ ਜਿਵੇਂ ਅੱਗਾ ਨੇੜੇ ਆ ਰਿਹਾ ਹੈ, ਮਨ ਦੀ ਦਸ਼ਾ ਵੀ ਬਦਲਣ ਲੱਗ ਪਈ ਹੈ। ਜਾਪਦਾ ਹੈ ਕਿ ਜਿਵੇਂ ਨਾਵਲ ਲਿਖਣ ਲਈ ਤਨ ਮਨ ਦੀ ਇਕਾਗਰਤਾ ਤੇ ਪ੍ਰਤਿਭਾ ਦੀ ਪੂਰੀ ਸਮਰੱਥਾ ਨਾਲ ਮਿਹਨਤ ਕਰਦਾ ਰਿਹਾ ਹਾਂ, ਉਸ ਤੋਂ 10ਵਾਂ ਹਿੱਸਾ ਮਿਹਨਤ ਵੀ ਸਵੈ-ਜੀਵਨੀ 'ਤੇ ਨਹੀਂ ਕਰਨੀ ਪੈਂਦੀ, ਤੇ ਬਿਨਾਂ ਮਿਹਨਤ ਤੇ ਲਗਨ ਤੋਂ ਕੀਤਾ ਕੋਈ ਕੰਮ ਕਦੇ ਤਸੱਲੀ ਨਹੀਂ ਦੇ ਸਕਿਆ। ਪਰ ਮਨ ਦੀ ਬਦਲਦੀ ਦਸ਼ਾ ਕਾਰਨ ਵੇਲੇ ਨਾਲੋਂ ਵਗਾਰ ਚੰਗੀ ਸਮਝ ਕੇ ਕਦੇ-ਕਦਾਈਂ ਕੁਝ ਅਜਿਹੀਆਂ ਘਟਨਾਵਾਂ ਝਰੀਟ ਲੈਂਦਾ ਰਿਹਾ ਜੋ ਅੱਧੀ ਸਦੀ ਬੀਤਣ ਮਗਰੋਂ ਵੀ ਦਿਮਾਗ ਦੇ ਯਾਦਾਂ ਵਾਲੇ ਖਾਨੇ ਵਿੱਚ ਪ੍ਰਤੱਖ ਦਿਸਦੀਆਂ ਰਹੀਆਂ ਹਨ। ਇੱਕ ਹੋਰ ਸਵਾਲ ਇਹ ਵੀ ਹਮੇਸ਼ਾ ਸਾਹਮਣੇ ਆਉਂਦਾ ਰਿਹਾ ਹੈ ਕਿ ਸਵੈ-ਜੀਵਨੀ ਦਾ ਸਾਹਿਤਕ ਮਹੱਤਵ ਕੀ ਹੈ। ਜਿਸ ਲਿਖਤ ਦਾ ਕੋਈ ਸਾਹਿਤਕ ਮਹੱਤਵ ਨਹੀਂ, ਉਹ ਕਿਸੇ ਵੀ ਲੇਖਕ ਲਈ ਲਿਖਣਾ ਅਤਿਅੰਤ ਬੇਲੋੜਾ ਕਾਰਜ ਹੈ। ਇਸ ਸਵਾਲ ਦਾ ਜੋ ਵੀ ਜਵਾਬ ਹੁਣ ਤੱਕ ਸੁੱਝ ਸਕਿਆ ਹੈ, ਉਹ ਤੁਹਾਡੇ ਮਨ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਕੁਝ ਅਜਿਹੀਆਂ ਘਟਨਾਵਾਂ ਹਰ ਬੰਦੇ ਦੀ ਜ਼ਿੰਦਗੀ ਵਿੱਚ ਵਾਪਰਦੀਆਂ ਹਨ ਜੋ ਵੱਖ ਹੁੰਦਿਆਂ ਵੀ ਖਸਲਤ ਵਿੱਚ ਇੱਕੋ ਜਿਹੀਆਂ ਹੁੰਦੀਆਂ ਹਨ। ਜਿਵੇਂ ਸ਼ਾਇਦ ਕਰੋੜਾਂ ਵਿੱਚੋਂ ਨਹੀਂ, ਅਰਬਾਂ ਵਿੱਚੋਂ ਵੀ ਕੋਈ ਬੰਦਾ ਨਹੀਂ ਲੱਭ ਸਕਦਾ ਜਿਸਨੇ ਬਚਪਨ ਵਿੱਚ ਕੋਈ ਝੂਠ ਨਾ ਬੋਲਿਆ ਹੋਵੇ। ਯੁਧਿਸ਼ਠਰ ਬਾਰੇ ਵੀ ਇਹ ਸੰਭਵ ਨਹੀਂ ਲੱਗਦਾ। ਫੇਰ ਜੇ ਅਜਿਹੀਆਂ ਘਟਨਾਵਾਂ ਕੋਈ ਲਿਖ ਵੀ ਦੇਵੇ ਜੋ ਸਭ ਨਾਲ ਹੀ ਵਾਪਰਦੀਆਂ ਹਨ, ਤਾਂ ਉਨ੍ਹਾਂ ਦਾ ਸਾਹਿਤਕ ਮਹੱਤਵ ਕੀ ਹੋਵੇਗਾ। ਮੇਰੀ ਜਾਚੇ ਕੁਝ ਵੀ ਨਹੀਂ। ਇਸੇ ਕਾਰਨ ਸ਼ਾਇਦ ਮੇਰੀਆਂ ਲਿਖੀਆਂ ਬਚਪਨ ਤੇ ਰਤਾ ਅੱਲੜ ਉਮਰ ਦੀਆਂ ਇਨ੍ਹਾਂ ਯਾਦਾਂ ਵਿੱਚ ਅਸਲੋਂ ਜਾਂ ਵਿਸ਼ੇਸ਼ ਸਾਹਿਤਕ ਮਹੱਤਵ ਵਾਲੀ ਕੋਈ ਗੱਲ ਨਹੀਂ ਜਾਪਦੀ, ਪਰ ਫੇਰ ਵੀ ਕੁਝ ਮਹੱਤਵ ਇਨ੍ਹਾਂ ਦਾ ਲੱਭੇਗਾ। ਉਹਦੇ ਵੀ ਕੁਝ ਠੋਸ ਕਾਰਨ ਇੱਥੇ ਦੱਸਣੇ ਠੀਕ ਲੱਗਦੇ ਹਨ। ਪਹਿਲਾ ਕਾਰਨ ਇਹ ਹੈ ਕਿ ਹਰ ਲੇਖਕ ਜਾਂ ਕਲਾਕਾਰ ਬਚਪਨ ਤੋਂ ਹੀ ਕੋਈ ਟੇਢੀ ਰਗ ਲੈ ਕੇ ਜੰਮਦਾ ਹੈ, ਜਿਸ ਕਾਰਨ ਹਰ ਸਾਧਾਰਨ ਘਟਨਾ ਦਾ ਪ੍ਰਭਾਵ ਉਹਦੇ ਮਨ ਉੱਤੇ ਆਮ ਬੰਦੇ ਨਾਲੋਂ ਵੱਖਰਾ ਤੇ ਡੂੰਘਾ ਪੈਂਦਾ ਹੈ। ਇਹ ਵੱਖਰਾ ਡੂੰਘਾ ਪ੍ਰਭਾਵ ਹੀ ਉਸ ਨਾਲ ਵਾਪਰੀ ਘਟਨਾ ਨੂੰ ਆਮ ਘਟਨਾਵਾਂ ਨਾਲੋਂ ਲਖੇੜ ਦਿੰਦਾ ਹੈ। ਦੂਜਾ ਕਾਰਨ ਇਹ ਹੈ ਕਿ ਕੋਈ ਲੇਖਕ ਕਲਾਕਾਰ ਅਕਸਰ ਆਪਣੀ ਸਵੈ-ਜੀਵਨੀ ਉਦੋਂ ਲਿਖਦਾ ਹੈ ਜਦੋਂ ਉਹਦੇ ਪਾਠਕ, ਦਰਸ਼ਕ, ਸਰੋਤੇ ਉਸਦੀ ਰਚਨਾ ਤੋਂ ਇੰਨੇ ਕੁ ਪ੍ਰਭਾਵਿਤ ਹੋ ਜਾਣ ਕਿ ਉਹਦੇ ਜੀਵਨ ਬਾਰੇ ਕੁਝ ਵਧੇਰੇ ਜਾਣਨ ਲਈ ਉਤਸੁਕ ਹੋਣ, ਤੇ ਇਹ ਉਹ ਸਮਾਂ ਹੁੰਦਾ ਹੈ ਜਦੋਂ ਕੋਈ ਲੇਖਕ ਕਲਾਕਾਰ ਆਪਣੇ ਵਿਚਾਰਾਂ ਤੇ ਭਾਵਨਾਵਾਂ ਨਾਲ ਆਪਣੀ ਕਲਾ ਦੇ ਚਾਹਵਾਨਾਂ ਨੂੰ ਬਹੁਤ ਹੱਦ ਤੱਕ ਆਪਣੇ ਨਾਲ ਜੋੜ ਸਕਣ ਦੇ ਸਮਰੱਥ ਹੋ ਚੁੱਕਿਆ ਹੁੰਦਾ ਹੈ। ਉਸਦੀ ਲਿਖਤ ਕਲਾ ਉਹਦੇ ਚਾਹਵਾਨਾਂ ਅੰਦਰ ਉਹਦੇ ਜੀਵਨ ਬਾਰੇ ਕੋਈ ਵਿਸ਼ੇਸ਼ ਰੁਚੀ ਪੈਦਾ ਕਰ ਚੁੱਕੀ ਹੁੰਦੀ ਹੈ, ਜਾਂ ਉਹਦੇ ਪਾਠਕ, ਦਰਸ਼ਕ, ਸਰੋਤੇ ਜੀਵਨ ਦੇ ਕੁਝ ਅਣਜਾਣੇ ਪੱਖਾਂ ਬਾਰੇ ਉਸਦੀਆਂ ਕਲਾਕ੍ਰਿਤੀਆਂ ਕਰਕੇ ਵਧੇਰੇ ਚੇਤਨ ਹੋ ਚੁੱਕੇ ਹੁੰਦੇ ਹਨ। ਤੀਸਰਾ ਕਾਰਨ ਇਹ ਹੈ ਕਿ ਸਵੈ-ਜੀਵਨੀ ਦੀਆਂ ਘਟਨਾਵਾਂ ਜਦੋਂ ਕਿਸੇ ਲੇਖਕ, ਕਲਾਕਾਰ ਨਾਲ ਵਾਪਰਦੀਆਂ ਹੁੰਦੀਆਂ ਹਨ, ਉਹ ਲਿਖਣ ਵੇਲੇ ਇੰਨ-ਬਿੰਨ ਉਂਝ ਦੀਆਂ ਉਂਝ ਨਾ ਯਾਦ ਰਹਿੰਦੀਆਂ ਹਨ, ਤੇ ਨਾ ਹੀ ਉਨ੍ਹਾਂ ਨਾਲ ਜੁੜੇ ਵਿਚਾਰਾਂ ਤੇ ਪ੍ਰਭਾਵਾਂ ਨੂੰ ਕੋਈ ਲੇਖਕ, ਕਲਾਕਾਰ ਉਂਝ ਹੀ ਮਹਿਸੂਸ ਕਰ ਸਕਦਾ ਹੈ ਜਿਵੇਂ ਉਹਨੇ ਉਦੋਂ ਮਹਿਸੂਸ ਕੀਤਾ ਸੀ ਜਦੋਂ ਉਹ ਵਾਪਰੀਆਂ ਸਨ। ਇਹਦਾ ਕਾਰਨ ਬਹੁਤ ਸਪਸ਼ਟ ਹੈ। ਹੁਣ ਉਹ ਉਨ੍ਹਾਂ ਘਟਨਾਵਾਂ ਦੇ ਸਮੇਂ ਤੋਂ ਬਹੁਤ ਦੂਰ ਹੀ ਨਹੀਂ ਖੜੋਤਾ ਹੁੰਦਾ, ਸਗੋਂ ਜੀਵਨ ਪ੍ਰਤੀ ਉਸਦੇ ਵਿਚਾਰ, ਭਾਵ ਤੇ ਦ੍ਰਿਸ਼ਟੀਕੋਣ ਵੀ ਬਦਲ ਚੁੱਕੇ ਹੁੰਦੇ ਹਨ। ਜਦੋਂ ਉਹ ਇੱਕ ਹੰਢੇ ਵਰਤੇ ਬੰਦੇ, ਕਲਾਕਾਰ, ਲੇਖਕ ਦੇ ਰੂਪ ਵਿੱਚ ਅੱਧੀ ਸਦੀ ਜਾਂ ਘੱਟ ਵੱਧ ਸਮਾਂ ਪਹਿਲਾਂ ਵਾਪਰੀਆਂ ਘਟਨਾਵਾਂ ਨੂੰ ਯਾਦ ਕਰਕੇ ਲਿਖਣ ਲੱਗਦਾ ਹੈ, ਤਾਂ ਘਟਨਾਵਾਂ ਦੇ ਮੂਲ ਅੰਸ਼
ਤੇ ਕਈ ਵੇਰਵੇ ਤਾਂ ਉਹ ਹੁੰਦੇ ਹਨ ਜਿਹੜੇ ਘਟਨਾਵਾਂ ਵਾਪਰਨ ਸਮੇਂ ਸਨ, ਪਰ ਉਹਨਾਂ ਵਿਚਲੀ ਗਿਰੀ ਹੋਰ ਹੁੰਦੀ ਹੈ। ਇਸ ਗੱਲ ਨੂੰ ਰਤਾ ਧਿਆਨ ਨਾਲ ਸਮਝਣ ਦੀ ਲੋੜ ਹੈ। ਮਿਸਾਲ ਵਜੋਂ, ਜਦੋਂ ਵੀ ਆਪਣੀ ਸਵੈਜੀਵਨੀ ਦੀਆਂ ਘਟਨਾਵਾਂ ਲਿਖਣ ਲੱਗਦਾ ਸਾਂ ਤਾਂ ਮੇਰੇ ਜੀਵਨ, ਬਚਪਨ ਤੇ ਅੱਲੜ ਉਮਰ ਵਿੱਚ ਵਿਸ਼ੇਸ਼ ਕਰਕੇ ਆਏ ਬੇਲੀਆਂ ਤੇ ਲੋਕਾਂ ਦੇ ਚਿਹਰੇ ਮੋਹਰੇ ਸੁਭਾਅ ਤੇ ਉਹਨਾਂ ਦਾ ਆਲਾ ਦੁਆਲਾ ਤਾਂ ਉਵੇਂ ਪ੍ਰਤੱਖ ਹੁੰਦਾ ਸੀ ਜਿਵੇਂ ਉਦੋਂ ਸੀ ਜਦੋਂ ਇਹ ਘਟਨਾਵਾਂ ਵਾਪਰੀਆਂ। ਪਰ ਕਿਸੇ ਵੀ ਬੇਲੀ, ਓਪਰੇ ਜਾਂ ਘਰ ਦੇ ਬੰਦੇ ਨਾਲ ਹੋਈ ਵਾਰਤਾਲਾਪ ਜਾਂ ਘਟਨਾਵਾਂ ਵਾਪਰਨ ਸਮੇਂ ਦੇ ਭਾਵਨਾਤਮਿਕ ਤੇ ਵਿਚਾਰਮਈ ਅੰਸ਼ ਯਾਦ ਨਹੀਂ ਸਨ ਹੁੰਦੇ, ਜੋ ਸੰਭਵ ਵੀ ਨਹੀਂ। ਨਾਲੇ ਕੁਦਰਤੀ ਹੈ ਕਿ ਇੰਨੇ ਲੰਮੇ ਸਮੇਂ ਦੇ ਅਜਿਹੇ ਅੰਸ਼ ਕਿਸ ਨੂੰ ਯਾਦ ਰਹਿ ਸਕਦੇ ਹਨ। ਜੇ ਯਾਦ ਹੋਣ ਵੀ ਤਾਂ ਕਿ ਉਹਨਾਂ ਸਾਰੇ ਵੇਰਵਿਆਂ ਤੇ ਅੰਸ਼ਾਂ ਦਾ ਜਾਂ ਵਾਰਤਾਲਾਪ ਦਾ ਕੋਈ ਸਾਹਿਤਕ ਮਹੱਤਵ ਵੀ ਹੋਏਗਾ? ਅਜਿਹਾ ਮੈਂ ਨਹੀਂ ਮੰਨਦਾ। ਪਰ ਸਵੈਜੀਵਨੀ ਦੀ ਇੱਕ ਲਛਮਣਕਾਰ ਵੀ ਹੈ, ਜਿਸ ਅਨੁਸਾਰ ਕੋਈ ਇਹਨਾਂ ਵੇਰਵਿਆਂ ਨੂੰ ਨਿਰੇ ਕਾਲਪਨਿਕ ਰੂਪ ਵਿੱਚ ਨਹੀਂ ਲਿਖ ਸਕਦਾ। ਅਜਿਹੀ ਹਾਲਤ ਵਿੱਚ ਇਹ ਸਵੈਜੀਵਨੀ ਨਹੀਂ ਰਹੇਗੀ। ਇੰਜ ਸਵੈਜੀਵਨੀ ਅਸਲ ਵਿੱਚ ਅਰਧ ਸੱਚ ਜਾਂ ਵਾਪਰੇ ਹੋਏ ਤੱਥਾਂ ਤੇ ਗਲਪ ਦਾ ਸੁਮੇਲ ਬਣ ਜਾਂਦੀ ਹੈ। ਸਭ ਤੋਂ ਪਹਿਲਾਂ ਸਵੈਜੀਵਨੀ ਲੇਖਕ ਸਿਰਫ ਉਹਨਾਂ ਘਟਨਾਵਾਂ ਦੀ ਚੋਣ ਕਰਦਾ ਹੈ ਜਿਹੜੀਆਂ ਨੇ ਉਸਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੁੰਦਾ ਹੈ। ਫਿਰ ਉਹਨਾਂ ਘਟਨਾਵਾਂ ਦੇ ਸਾਹਿਤਕ ਮਹੱਤਵ ਨੂੰ ਅੰਗਦਾ ਹੈ। ਇਹ ਦੋਵੇਂ ਕਾਰਜ ਸੌਖੇ ਹੁੰਦੇ ਹਨ, ਪਰ ਤੀਜਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਪੜਾਅ ਤੇ ਉਹਨੇ ਵਾਪਰੀਆਂ ਘਟਨਾਵਾਂ ਦੇ ਮਹੱਤਵ ਨੂੰ ਸਮਝਣ ਦੇ ਨਾਲ-ਨਾਲ ਉਹਨਾਂ ਦੀ ਆਪਣੇ ਵਰਤਮਾਨ ਵਿਚਾਰਾਂ, ਭਾਵਨਾਵਾਂ ਤੇ ਬਦਲੇ ਹੋਏ ਦ੍ਰਿਸ਼ਟੀਕੋਣ ਅਨੁਸਾਰ ਅਜਿਹੇ ਰੂਪ ਵਿੱਚ ਪੁਨਰ ਰਚਨਾ ਕਰਨੀ ਹੁੰਦੀ ਹੈ ਜਿਸ ਨਾਲ ਵਾਪਰੇ ਭੋਗੇ ਜੀਵਨ ਦਾ ਤੱਥਗਤ ਰੂਪ ਵੀ ਕਾਇਮ ਰਹੇ ਤੇ ਨਾਲ ਹੀ ਉਹਦੇ ਆਪਣੀ ਕਲਾ ਕੌਸ਼ਲਤਾ ਨਾਲ ਜੋੜੇ ਵੇਰਵੇ ਘਟਨਾ ਵਿਸ਼ੇਸ਼ ਨੂੰ ਸਾਹਿਤਕ ਮਹੱਤਵ ਵਾਲੀ ਅਜਿਹੀ ਰਚਨਾ ਦਾ ਰੂਪ ਵੀ ਦੇ ਸਕਣ, ਜਿਹੜਾ ਜੀਵਨ ਦੇ ਡੂੰਘੇ ਅਰਥਾਂ ਨੂੰ ਸਮਝਣ ਦੀ ਚੇਤਨਾ ਨੂੰ ਵੀ ਤਿੱਖਿਆਂ ਕਰ ਸਕੇ ਤੇ ਪਾਠਕ ਦੇ ਮਨ ਉੱਤੇ ਕੋਈ ਵਿਸ਼ੇਸ਼ ਪ੍ਰਭਾਵ ਵੀ ਅੰਕਿਤ ਕਰ ਸਕੇ। ਭਾਵੇਂ ਇਹ ਦਾਅਵਾ ਸੰਭਵ ਨਹੀਂ ਹੈ ਕਿ ਗਾਹੇ ਬਗਾਹੇ ਲਿਖੀਆਂ ਬਚਪਨ ਤੇ ਅੱਲੜ ਉਮਰ ਦੀਆਂ ਇਹਨਾਂ ਕੁਝ ਚੁਣੀਆਂ ਘਟਨਾਵਾਂ ਵਿੱਚ ਉੱਪਰ ਲਿਖੇ ਅਨੁਸਾਰ ਉਹ ਗੁਣ ਸ਼ਾਮਲ ਹੋ ਸਕੇ ਹਨ ਜਿਹੜੇ ਕਿਸੇ ਸਵੈਜੀਵਨੀ ਨੂੰ ਗੋਰਕੀ ਦੀ ਸਵੈਜੀਵਨੀ ਵਾਂਗ ਸਾਹਿਤਕ ਮਹੱਤਵ ਦੀ ਰਚਨਾ ਬਣਾਉਂਦੇ ਹੋਣ। ਪਰ ਅਜਿਹਾ ਯਤਨ ਜ਼ਰੂਰ ਕੀਤਾ ਹੈ ਕਿ ਇਹ ਘਟਨਾਵਾਂ ਕੇਵਲ ਨਿੱਜੀ ਜੀਵਨ ਦੇ ਸਪਾਟ ਤੱਥ ਬਣ ਕੇ ਨਾ ਰਹਿ ਜਾਣ। ਇਹਨਾਂ ਦੀ ਸਫਲਤਾ ਦਾ ਦਾਅਵਾ ਵੀ ਨਿਰਮੂਲ ਹੈ। ਪਰ ਜੇ ਇਹਨਾਂ ਦਾ ਕੋਈ ਵੀ ਸਾਹਿਤਕ ਮਹੱਤਵ ਸੰਭਵ ਹੋਇਆ ਤਾਂ ਉਸ ਸਮੇਂ ਨੂੰ ਲੇਖੇ ਲੱਗਿਆ ਸਮਝਾਂਗਾ ਜਿਸ ਨੂੰ ਵੇਲੇ ਨਾਲੋਂ ਵਗਾਰ ਚੰਗੀ ਸਮਝ ਕੇ ਇਹਨਾਂ ਉੱਤੇ ਲਾਇਆ ਹੈ ਤੇ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਲਾਇਆ ਹੈ। ਪਰ ਇਹ ਪੁਸਤਕ ਅਧੂਰਾ ਯਤਨ ਹੈ ਜਿਸ ਦਾ ਅਗਲਾ ਭਾਗ ਜੇ ਪੂਰਾ ਕਰ ਸਕਿਆ ਤਾਂ ਫੇਰ ਸ਼ਾਇਦ ਇਹਦੀ ਸਾਹਿਤਕ ਸਾਰਥਿਕਤਾ ਵਧੇਰੇ ਸਿੱਧ ਹੋ ਸਕੇ। ਫਿਲਹਾਲ ਤਾਂ ਇਹ ਨਿਆਣਮੱਤੀਆਂ ਗੱਲਾਂ ਹੀ ਜਾਪਦੀਆਂ ਹਨ। ਗੁਰਦਿਆਲ ਸਿੰਘ।